जो ये घल्लूघारा सी जिन्हों साका नीला तारा ऑपरेशन ब्लू स्टार भी कहा जाता है, क्यों वापरिया, किस तरह का माहौल सी, इस तरह का जिहड़ा समा बनया भी इन्ना बड़ा अटैक होया सिखां ते? ਇਹ संत बाबा जरनैल सिंह जी ने 19 जुलाई 1982 ਵਿੱਚ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੋਰਚਾ ਲਾਇਆ ਸੀਗਾ। ਭਾਵੇਂ ਉਸ ਵੇਲੇ 2 ਅਕਾਲੀ ਦਲ ਬਣ ਚੁੱਕੇ ਸੀਗੇ। ਇਹ 4 ਅਗਸਤ 1982 ਨੂੰ ਧਰਮ ਯੁੱਧ ਮੋਰਚੇ ਦੇ ਨਾਮ ਦੇ ਉੱਤੇ 3 ਮੋਰਚੇ ਇਕੱਠੇ ਕੀਤੇ ਗਏ। ਇਹਨਾਂ ਨੂੰ ਸਰਕਾਰ ਕੋਲੋਂ ਪ੍ਰਵਾਨ ਕਰਾਉਣ ਦੇ ਲਈ, ਆਪਣੀਆਂ ਹੱਕਾਂ ਮੰਗਾਂ ਲੈਣ ਦੇ ਲਈ ਧਰਮ ਯੁੱਧ ਮੋਰਚਾ 4 ਅਗਸਤ 1982 ਨੂੰ ਮੁੜ ਸਾਰੇ ਮੋਰਚੇ ਇਕੱਠੇ ਕਰਕੇ ਕੀਤਾ ਗਿਆ। ਭਾਰਤੀ ਫੌਜ ਨੇ ਚੜ੍ਹਾਈ ਕੀਤੀ ਅਕਾਲ ਤਖ਼ਤ ਸਾਹਿਬ ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਘੱਲੂਘਾਰਾ ਵਾਪਰਿਆ। ਇਸ ਤੋਂ ਬਾਅਦ ਜਿਹੜਾ ਸਰਕਾਰ ਵੱਲੋਂ ਆਪਰੇਸ਼ਨ ਦਿੱਤਾ ਗਿਆ ਸੀ, ਜਾਣੀ ਕਿ 5-6 ਦਿਨ ਦੇ ਵਿੱਚ ਖਤਮ ਹੋ ਗਿਆ। ਕਿਵੇਂ ਇਹ ਫੌਜ ਪਹੁੰਚੀ 1 ਤਰੀਕ ਨੂੰ? ਪਰ ਕਾਰਨ ਤਾਂ ਹੋਰ ਸੀਗਾ। ਸਰਕਾਰ ਨੇ ਅਟੈਕ ਕਰਨਾ ਸੀਗਾ ਮਿਲਟਰੀ ਦਾ, ਤੇ ਵਿਸ਼ੇਸ਼ ਤੌਰ ਤੇ ਗੋਲੀ ਚਲਾ ਕੇ ਪਤਾ ਕਰਨਾ ਸੀ ਕਿ ਕਿੱਥੇ ਕਿੱਥੇ ਮੋਰਚੇ ਨੇ, ਕਿਹੜੇ ਕਿਹੜੇ ਹਥਿਆਰ ਨੇ ਇਹਨਾਂ ਕੋਲੇ। ਉਹ ਪ੍ਰਾਪਤ ਕਰਨ ਵਾਸਤੇ ਜਾਣਕਾਰੀ ਬਗੈਰ ਕਿਸੇ ਭੜਕਾਟ ਤੋਂ, ਬਗੈਰ ਕਿਸੇ ਮਤਲਬ ਕਿ ਅਨਾਉਂਸਮੈਂਟ ਕਰਨ ਤੋਂ ਉਸ ਵੇਲੇ CRP ਤੇ BSF ਨੇ 1 ਜੂਨ 12:30 ਵਜੇ ਦਰਬਾਰ ਸਾਹਿਬ ਦੇ ਉੱਤੇ ਮੀਂਹ ਵਾਂਗ ਗੋਲੀਆਂ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਸਿੰਘਾਂ ਨੂੰ ਇੱਕ ਆਰਡਰ ਸੀ ਵੀ ਕੋਈ ਵੀ ਸਿੰਘ ਜਵਾਬੀ ਫਾਇਰਿੰਗ ਨਹੀਂ ਕਰੇਗਾ ਜਦੋਂ ਜਿੰਨਾ ਚਿਰ ਪੁਲਿਸ ਦਰਬਾਰ ਸਾਹਿਬ ਦੇ ਅੰਦਰ ਇਨ ਨਹੀਂ ਕਰੇਗੀ, ਦਾਖਲ ਨਹੀਂ ਹੋਏਗੀ। ਜਦੋਂ ਉਹ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਤੁਸੀਂ ਉਹਨਾਂ ਨੂੰ ਜਵਾਬ ਦੇਣਾ, ਤੇ ਫਿਰ ਹਰ ਪੱਖ ਤੋਂ ਕਿਸੇ ਗੱਲ ਦੀ ਢਿਲਾਈ ਨਹੀਂ ਕਰਨੀ। ਜਦੋਂ ਮਤਲਬ ਫਾਇਰਿੰਗ ਕਰਨ ਦਾ ਕੋਈ ਮਹਿਸੂਸ ਹੋਇਆ ਉਦੋਂ ਕੀਤੀ ਨਹੀਂ। ਬਿਲਕੁਲ ਕਿਸੇ ਵੀ ਮੋਰਚੇ ਤੋਂ ਕਿਸੇ ਤਰ੍ਹਾਂ ਦੀ ਫਾਇਰਿੰਗ ਨਹੀਂ ਹੋਈ। ਪਰ ਸਰਕਾਰ ਵੱਲੋਂ CRP ਤੇ BSF ਵੱਲੋਂ ਲਗਾਤਾਰ 12:30 ਵਜੇ ਸ਼ੁਰੂ ਕਰਕੇ ਰਾਤ ਦੇ 8 ਵਜੇ ਤੱਕ ਫਾਇਰਿੰਗ ਹੁੰਦੀ ਰਹੀ। ਦਰਬਾਰ ਸਾਹਿਬ ਜੀ ਨੂੰ ਵੀ ਗੋਲੀਆਂ ਲੱਗੀਆਂ ਵੱਡੀ ਗਿਣਤੀ ਵਿੱਚ, ਅਤੇ ਗੁੰਮਜ ਨੂੰ ਵੀ ਗੋਲੀਆਂ ਲੱਗੀਆਂ। ਇਹ ਹਾਲਾਤ ਸੀ 1 ਜੂਨ 1984 ਨੂੰ, ਜਦੋਂ ਪਹਿਲੇ ਦਿਨ ਸਰਕਾਰ ਨੇ BSF ਤੇ CRP ਵੱਲੋਂ ਗੋਲੀ ਚਲਾਈ ਗਈ। ਭਾਈ ਮੁਖਤਿਆਰ ਸਿੰਘ ਜੀ, ਮੈਨੂੰ ਇੱਕ ਗੱਲ ਦੱਸੋ, ਜਿਹੜੀ ਇਹ ਫੌਜ ਤੁਹਾਡੇ ਮੁਤਾਬਕ ਕਿੰਨੀ ਕੁ ਗਿਣਤੀ ਦੇ ਵਿੱਚ ਸੀ ਉਸ ਸਮੇਂ ਜਦੋਂ ਚੜ੍ਹਾਈ ਕੀਤੀ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ? ਉਹਨੂੰ ਇਸ ਗੱਲ ਦਾ ਪਤਾ ਲੱਗਿਆ ਵੀ 1.5 ਲੱਖ ਤੋਂ ਵੱਧ ਫੌਜ ਦਾ ਘੇਰਾ ਦਰਬਾਰ ਸਾਹਿਬ ਦੇ ਹੈ। ਜਦੋਂ ਸਾਨੂੰ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਵੀ 6 ਲੱਖ ਤੋਂ ਵੱਧ ਪੰਜਾਬ ਦੇ ਚੱਪੇ ਚੱਪੇ ਦੇ ਉੱਤੇ ਪੁਲਿਸ ਨੇ, ਫੌਜ ਨੇ ਘੇਰਾ ਪਾਇਆ ਸੀਗਾ। ਇਸ ਤਰ੍ਹਾਂ ਮਤਲਬ ਵੱਡੀ ਗਿਣਤੀ ਵਿੱਚ ਜਿੱਥੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ, 37 ਗੁਰਦੁਆਰੇ ਸਭ ਹੋਰ ਸੀਗੇ ਜਿਨ੍ਹਾਂ ਦੇ ਉੱਤੇ ਮਿਲਟਰੀ ਨੇ ਇਕੱਠਾ ਹੀ ਐਕਸ਼ਨ ਕੀਤਾ। 4 ਤਰੀਕ ਨੂੰ, 2 ਤਰੀਕ ਨੂੰ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹ ਕੁਝ ਪਰਿਵਾਰਾਂ ਨੂੰ ਦਿੱਤੇ ਗਏ, ਕੁਛ ਦਾ ਸੰਸਕਾਰ ਦਰਬਾਰ ਸਾਹਿਬ ਕੀਤਾ ਗਿਆ। ਤੇ ਸੰਗਤਾਂ ਨੂੰ ਮੈਂ ਬੇਨਤੀ ਕਰਦਾ, ਜੋ ਪਾਪ ਸਮੇਂ ਦੀ ਸਰਕਾਰ ਨੇ ਇਸ ਵੇਲੇ ਕੀਤਾ, ਇਹਨਾਂ ਦੀ ਮਨਸ਼ਾ ਠੀਕ ਨਹੀਂ। ਇਹ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ, ਸਿੱਖਾਂ ਨੂੰ ਕੁਚਲਣਾ ਚਾਹੁੰਦੇ ਨੇ। ਤੁਸੀਂ ਕਿਹਾ ਵੀ 1.5 ਲੱਖ ਦੀ ਜਿਹੜੀ ਤਕਰੀਬਨ ਫੌਜ ਸੀ, ਸਿੰਘ ਕਿੰਨੇ ਸੀ? ਸਿੰਘਾਂ ਦਾ ਜੱਥਾ ਕਿੰਨਾ ਸੀ ਸੰਤਾਂ ਦੇ ਨਾਲ? ਜਿਹੜੇ ਸੰਤਾਂ ਦੇ ਬਾਡੀਗਾਰਡ ਜਾਂ ਸੰਤਾਂ ਦੇ ਸਿੰਘ ਸੀਗੇ ਉਹ ਤਕਰੀਬਨ 150 ਤੋਂ ਲੈ ਕੇ 200 ਤੱਕ ਸੀ। ਸਾਰਾ ਹੀ ਵਿੱਚੇ ਫੈਡਰੇਸ਼ਨ ਵਾਲੇ, ਵਿੱਚੇ ਕਾਰ ਸੇਵਾ ਵਾਲੇ, ਅਤੇ ਵਿੱਚ ਹੀ ਦਮਦਮੀ ਟਕਸਾਲ ਦੇ ਵਿਦਿਆਰਥੀ ਤੇ ਜਿਹੜੇ ਹੋਰ ਵੀ ਸਿੰਘ ਆਏ ਸੀਗੇ। 150 ਤੋਂ ਲੈ ਕੇ 200 ਤੱਕ ਸਾਰੇ ਸਿੰਘਾਂ ਦੀ ਗਿਣਤੀ ਸੀਗੀ ਜਿਨ੍ਹਾਂ ਨੇ ਫੌਜ ਦੇ ਨਾਲ ਮਤਲਬ ਕਿ ਚੱਕ ਕੇ ਆਈ ਫੌਜ ਦਾ ਮੁਕਾਬਲਾ ਕੀਤਾ ਤੇ ਟਾਕਰਾ ਕੀਤਾ ਜੀ। ਕਿਸ ਤਰ੍ਹਾਂ ਗੋਲੇ ਚੱਲੇ ਅਕਾਲ ਤਖ਼ਤ ਸਾਹਿਬ ਤੇ, ਜਦੋਂ ਹਰਿਮੰਦਰ ਸਾਹਿਬ ਤੇ ਲੱਗਿਆ ਗੋਲਾ ਆ ਕੇ, ਕਿਸ ਤਰ੍ਹਾਂ ਦੀ ਉਹ ਤੁਸੀਂ ਦੇਖਿਆ ਸਾਰਾ ਸੀਨ? ਸਾਰੇ ਸਿੰਘ ਆਪਣੇ ਪਰਿਵਾਰਾਂ ਨੂੰ ਲੈ ਕੇ ਨਾਲ ਤੇ ਪ੍ਰਕਰਮਾਂ ਵਿੱਚ ਆ ਜਾਣਾ।
ਰਾਤ ਨੂੰ ਕਿਸੇ ਵੇਲੇ ਵੀ ਸਮੇਂ ਦੀ ਸਰਕਾਰ ਵੱਲੋਂ ਕੋਈ ਵੀ ਭਾਣਾ ਵਰਤ ਸਕਦਾ ਹੈ। ਪਹਿਲਾ ਛੱਕਾ ਉਚਾਰਨ ਕੀਤਾ ਸੀ, ਉਹਦੀ ਸਮਾਪਤੀ ਹੋਈ ਸੀ, ਸ਼ਲੋਕ ਪੜ੍ਹਨਾ ਸੀਗਾ, ਲੇਕਿਨ ਉਸ ਵੇਲੇ ਤੋਪਾਂ ਦੇ ਗੋਲਿਆਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਅਟੈਕ ਕੀਤਾ ਗਿਆ 4:40 ਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਜੂਨ ਦਾ ਮਹੀਨਾ ਚੜ੍ਹਦੇ ਹੀ ਘੱਲੂਘਾਰੇ ਦੀ ਯਾਦ ਆ ਜਾਂਦੀ ਆ, ਜੋ ਕਿ ਸਿੱਖਾਂ ਦੇ ਲਈ ਇੱਕ ਵੱਡਾ ਜ਼ਖਮ ਸੀ। ਉਸ ਸਮੇਂ ਦੀ ਸਰਕਾਰ ਵੱਲੋਂ ਸਿੱਖ ਕੌਮ ਤੇ ਇੱਕ ਵੱਡਾ ਹਮਲਾ ਕੀਤਾ ਗਿਆ, ਜਿਸ ਨੂੰ ਕੌਮ ਕਦੇ ਵੀ ਨਹੀਂ ਭੁਲਾ ਸਕਦੀ ਤੇ ਨਾ ਹੀ ਕਦੇ ਭੁੱਲ ਸਕਦੀ ਹੈ। ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਈ ਮੁਖਤਿਆਰ ਸਿੰਘ ਮੁਖੀ, ਜੋ ਸਾਬਕਾ ਹਜੂਰੀ ਰਾਗੀ ਸੀ ਦਰਬਾਰ ਸਾਹਿਬ ਦੇ, ਉਸ ਸਮੇਂ ਸੰਤ ਜਰਨੈਲ ਸਿੰਘ ਪਿੰਡਰਾਣੇ ਦੇ ਨਾਲ ਮੌਜੂਦ ਸੀ ਉਸ ਸਮੇਂ ਜਦੋਂ ਇਹ ਘੱਲੂਘਾਰਾ ਵਾਪਰਿਆ। ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਸਾਡੇ ਨਾਲ ਅਮਰੀਕਾ ਤੋਂ ਗਲੋਬਲ ਪੰਜਾਬ ਟੀਵੀ ਦੇ ਨਾਲ ਜੁੜ ਚੁੱਕੇ ਨੇ। ਭਾਈ ਮੁਖਤਿਆਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਗਲੋਬਲ ਪੰਜਾਬ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਦੇ ਚੈਨਲ ਗਲੋਬਲ ਪੰਜਾਬ ਦਾ ਤੇ ਭਾਈ ਕੁਲਦੀਪ ਸਿੰਘ ਜੀ ਘੋੜੇ, ਮੇਰੇ ਪਿੰਡ ਦੇ ਨੇੜੇ ਦੇ ਗਰਾਈ, ਸਾਰਿਆਂ ਦਾ, ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜੋ ਆਪ ਜੀ ਨੇ ਮੈਨੂੰ ਟਾਈਮ ਦਿੱਤਾ ਹੈ ਸੰਗਤਾਂ ਦੇ ਰੂਬਰੂ ਹੋਣ ਦਾ। ਜੀ ਮੁਖਤਿਆਰ ਜੀ, ਮੇਰਾ ਪਹਿਲਾ ਸਵਾਲ, ਤੁਸੀਂ ਲੰਮਾ ਸਮਾਂ ਰਹੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ, ਕਿਸ ਤਰ੍ਹਾਂ ਦਾ ਸੁਭਾਅ ਸੀ ਸੰਤਾਂ ਦਾ? ਸੰਤਾਂ ਦਾ ਸੁਭਾਅ ਬਹੁਤ ਵਧੀਆ ਸੀ ਜੀ, ਬਹੁਤ ਨਿਮਰਤਾ ਵਾਲਾ, ਹਰ ਇੱਕ ਨਾਲ ਪਿਆਰ ਕਰਨ ਵਾਲਾ। ਭਾਵੇਂ ਉਹ ਜਥੇਬੰਦੀ ਦੇ ਸਿੰਘ ਹੋਣ, ਭਾਵੇਂ ਸੰਗਤ ਦੇ ਹੋਣ, ਭਾਵੇਂ ਸਿੱਖ ਕਮਿਊਨਿਟੀ ਦੇ ਹੋਣ, ਭਾਵੇਂ ਹੋਰ ਹਿੰਦੂ ਸਮਾਜ ਦੇ ਹੋਣ, ਮੁਸਲਮਾਨੀ ਸਮਾਜ ਦੇ, ਈਸਾਈ ਮਤ ਦੇ, ਕੋਈ ਵੀ ਬੰਦਾ ਹੁੰਦਾ, ਇਨਸਾਨੀਅਤ ਤੌਰ ਤੇ ਹਰੇਕ ਨਾਲ ਪ੍ਰੇਮ ਪਿਆਰ ਕਰਦੇ ਸੀ ਜੀ। ਤੁਸੀਂ ਕਿੰਨਾ ਕੁ ਸਮਾਂ ਸੰਤਾਂ ਦੇ ਨਾਲ ਸਮਾਂ ਬਤੀਤ ਕੀਤਾ ਜੀ ਤੁਸੀਂ ਨੇ? ਮੈਂ ਤਾਂ ਬਹੁਤ ਛੋਟੀ ਉਮਰ ਵਿੱਚ ਦਮਦਮੀ ਟਕਸਾਲ ਦੇ ਵਿੱਚ ਚਲਾ ਗਿਆ ਸੀਗਾ। ਸੰਨ 1975 ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਸਾਡੇ ਨਾਲ, ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ ਵੀ ਮੇਰਾ ਕਲਾਸ ਫੈਲੋ ਹੈ, ਮੇਰੇ ਨਾਲ ਇਕੱਠਾ ਪੜ੍ਹਦਾ ਰਿਹਾ, ਇਸੇ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਤੇ ਫਿਰ ਸੰਤ ਕਰਤਾਰ ਸਿੰਘ ਜੀ ਦੇ ਵੇਲੇ ਵੀ ਟਕਸਾਲ ਦੇ ਵਿੱਚ ਜੋ ਵਿੱਦਿਆ ਪ੍ਰਾਪਤ ਕਰਨ ਵਾਸਤੇ, ਸੰਤਾਂ ਨੂੰ ਮਿਲਣ ਵਾਸਤੇ ਆਉਂਦੇ, ਤੇ ਇਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਤਕਰੀਬਨ ਵਿਦਿਆਰਥੀ ਰੂਪ ਵਿੱਚ ਵੀ ਦਾਸ 1975 ਤੋਂ 77 ਤੱਕ ਵਿਚਰਦਾ ਰਿਹਾ। 1977 ਵਿੱਚ ਫਿਰ ਸੰਤਾਂ ਨੂੰ ਦਸਤਾਰਬੰਦੀ ਹੋ ਜਾਂਦੀ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਦੇ ਐਕਸੀਡੈਂਟ ਤੋਂ ਬਾਅਦ, ਉਹਨਾਂ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ 16 ਅਗਸਤ 1977 ਤੋਂ ਬਾਅਦ ਦਮਦਮੀ ਟਕਸਾਲ ਦੇ ਜਥੇਦਾਰ ਚੁਣੇ ਜਾਂਦੇ ਨੇ ਸੰਤ ਬਾਬਾ ਜਰਨੈਲ ਸਿੰਘ ਜੀ। ਅਤੇ ਉਦੋਂ ਵੀ ਦਾਸ ਉਹਨਾਂ ਦੇ ਨਾਲ ਫਿਰ ਵਿਦਿਆਰਥੀ ਰੂਪ ਵਿੱਚ ਉਹਨਾਂ ਦੇ ਕੋਲੇ ਵਿਚਰਦਾ ਰਿਹਾ ਜੀ। ਜੀ ਮੁਖਤਿਆਰ ਜੀ, ਮੈਨੂੰ ਇੱਕ ਗੱਲ ਦੱਸੋ, ਜੋ ਇਹ ਘੱਲੂਘਾਰਾ ਸੀ, ਜਿਹਨੂੰ ਸਾਕਾ ਨੀਲਾ ਤਾਰਾ, ਆਪਰੇਸ਼ਨ ਬਲੂ ਸਟਾਰ ਵੀ ਕਿਹਾ ਜਾਂਦਾ ਹੈ, ਕਿਉਂ ਵਾਪਰਿਆ? ਕਿਸ ਤਰ੍ਹਾਂ ਦਾ ਮਾਹੌਲ ਸੀ? ਇਸ ਤਰ੍ਹਾਂ ਦਾ ਜਿਹੜਾ ਸਮਾਂ ਬਣਿਆ ਵੀ ਇੰਨਾ ਬੜਾ ਅਟੈਕ ਹੋਇਆ ਸਿੱਖਾਂ ਤੇ? ਇਹ ਸੰਤ ਬਾਬਾ ਜਰਨੈਲ ਸਿੰਘ ਜੀ ਨੇ 19 ਜੁਲਾਈ 1982 ਵਿੱਚ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੋਰਚਾ ਲਾਇਆ ਸੀਗਾ। ਭਾਵੇਂ ਉਸ ਵੇਲੇ 2 ਅਕਾਲੀ ਦਲ ਬਣ ਚੁੱਕੇ ਸੀਗੇ, ਇੱਕ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਸੀ, ਜਿਨ੍ਹਾਂ ਨੇ ਆਨੰਦਪੁਰ ਦਾ ਮਤਾ ਲੈਣ ਵਾਸਤੇ ਆਨੰਦਪੁਰ ਤੋਂ ਮੋਰਚਾ ਲਾ ਕੇ ਦਿੱਲੀ ਗ੍ਰਿਫਤਾਰੀ ਦਿੰਦੇ ਸੀਗੇ। ਦੂਸਰਾ ਮੋਰਚਾ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਪਾਣੀ ਦੇ ਮਸਲਿਆਂ ਨੂੰ ਲੈ ਕੇ ਪੂਰੀ ਵਿਖੇ ਲਾਇਆ ਸੀਗਾ। ਪਰ ਲੇਕਿਨ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 19 ਜੁਲਾਈ ਜੋ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਜੀ ਅਤੇ ਹੋਰ ਸਿੰਘਾਂ ਦੀ ਰਿਹਾਈ ਵਾਸਤੇ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ 19 ਜੁਲਾਈ 1982 ਨੂੰ ਮੋਰਚਾ ਲਾਇਆ, ਜਿਹਨੂੰ ਫਿਰ ਸਾਰੇ ਮਤਲਬ ਕਿ ਦਲਾਂ ਨੇ, ਸਾਰੀਆਂ ਸੰਪਰਦਾਵਾਂ ਨੇ ਮਿਲ ਕੇ ਇੱਕ ਸਾਂਝਾ ਮੋਰਚੇ ਦਾ ਨਾਮ ਦਿੱਤਾ, ਜਿਹਦਾ ਨਾਮ ਰੱਖਿਆ ਗਿਆ ਧਰਮ ਯੁੱਧ ਮੋਰਚਾ। ਇਹ 4 ਅਗਸਤ 1982 ਨੂੰ ਧਰਮ ਯੁੱਧ ਮੋਰਚੇ ਦੇ ਨਾਮ ਦੇ ਉੱਤੇ ਤਿੰਨੇ ਮੋਰਚੇ ਇਕੱਠੇ ਕੀਤੇ ਗਏ। ਸਾਰੀਆਂ ਸਿੱਖ ਸੰਪਰਦਾਵਾਂ, ਸਾਰੀਆਂ ਸਿੱਖ ਸੰਗਤਾਂ ਵੱਲੋਂ ਬੜੀ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ 4 ਅਗਸਤ 1982 ਤੋਂ। ਧਰਮ ਯੁੱਧ ਮੋਰਚੇ ਦਾ ਨਾਮ ਦੇ ਕੇ ਤੇ ਆਨੰਦਪੁਰ ਦੇ ਸਾਰੇ ਮਤਾ ਲਾਗੂ ਕਰਾਉਣ ਵਾਸਤੇ, ਹੱਕੀ ਮੰਗਾਂ ਮੰਗਣ ਵਾਸਤੇ
ਜਿਹਦੇ ਵਿੱਚ ਖਾਸ ਕਰਕੇ ਪੰਜਾਬੀ ਬੋਲਦੇ ਇਲਾਕੇ, ਪਾਣੀ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਇਹ ਤਾਂ ਮਸਲੇ ਸਨ। ਇਹਨਾਂ ਨੂੰ ਸਰਕਾਰ ਕੋਲੋਂ ਪ੍ਰਵਾਨ ਕਰਾਉਣ ਦੇ ਲਈ, ਆਪਣੀਆਂ ਹੱਕਾਂ ਮੰਗਾਂ ਲੈਣ ਦੇ ਲਈ ਧਰਮ ਯੁੱਧ ਮੋਰਚਾ 4 ਅਗਸਤ 1982 ਨੂੰ ਮੁੜ ਸਾਰੇ ਮੋਰਚੇ ਇਕੱਠੇ ਕਰਕੇ ਕੀਤਾ ਗਿਆ। ਮੁਖਤਿਆਰ ਸਿੰਘ ਜੀ, ਮੈਨੂੰ ਇੱਕ ਗੱਲ ਦੱਸੋ, ਜਦੋਂ ਭਾਰਤੀ ਫੌਜ ਨੇ ਚੜ੍ਹਾਈ ਕੀਤੀ ਅਕਾਲ ਤਖਤ ਸਾਹਿਬ ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਘੱਲੂਘਾਰਾ ਵਾਪਰਿਆ, ਇਸ ਤੋਂ ਬਾਅਦ ਜਿਹੜਾ ਸਰਕਾਰ ਵੱਲੋਂ ਆਪਰੇਸ਼ਨ ਦਿੱਤਾ ਗਿਆ ਸੀ, ਜਾਣੀ ਕਿ 5-6 ਦਿਨ ਦੇ ਵਿੱਚ ਖਤਮ ਹੋ ਗਿਆ, ਕਿਵੇਂ ਇਹ ਫੌਜ ਪਹੁੰਚੀ 1 ਤਰੀਕ ਨੂੰ? ਪੂਰਾ ਤੁਸੀਂ ਮੈਨੂੰ ਡਿਟੇਲ 'ਚ ਦੱਸ ਸਕਦੇ ਹੋ ਜੀ? ਜੀ ਭਾਈ ਕੁਲਦੀਪ ਸਿੰਘ ਜੀ, ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ 1 ਜੂਨ ਨੂੰ ਜਿਹੜੀ CRP ਤੇ BSF ਸਰਕਾਰ ਨੇ ਦਰਬਾਰ ਸਾਹਿਬ ਦੇ 4 ਚੁਫੇਰੇ ਲਾਈ ਸੀਗੀ, ਉਹਨਾਂ ਨੇ ਮੋਰਚੇ ਬਣਾਏ ਹੋਏ ਸੀ ਉੱਚੀਆਂ ਬਿਲਡਿੰਗਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਵਾਸਤੇ ਅਤੇ ਆਪਣੇ ਕੰਪਲੈਕਸ ਦਰਬਾਰ ਸਾਹਿਬ ਦੇ ਕੈਂਪਸ ਵਿੱਚ, ਜੋ ਉਹਦੀ ਹਦੂਦ ਵਿੱਚ ਬ੍ਰਹਮ ਬੂਟਾ ਅਖਾੜਾ ਮਤਲਬ ਕਿ ਇੱਕ ਸਥਾਨ ਪੈਂਦਾ, ਉਹਦੇ ਨਾਲ ਹੀ ਬਾਲਾਨੰਦ ਅਖਾੜਾ ਪੈਂਦਾ, ਉੱਥੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਕੁਆਟਰ ਸੀਗੇ ਆਰਜੀ ਤੌਰ ਤੇ, ਉਹਨਾਂ ਕੁਆਟਰਾਂ ਦੀ ਹਿਫਾਜ਼ਤ ਵਾਸਤੇ ਇੱਕ ਸੰਗਲ ਲੱਗਾ ਹੋਇਆ ਸੀ। ਉਸ ਸੰਗਲ ਦੀ ਜਗ੍ਹਾ ਤੇ ਕੰਧ ਕੀਤੀ ਜਾ ਰਹੀ ਸੀਗੀ, ਲੇਕਿਨ CRP ਤੇ BSF ਦੇ ਅਫਸਰਾਂ ਨੇ ਉਸ ਚੀਜ਼ ਨੂੰ, ਉਸ ਕੰਧ ਨੂੰ ਨਾ ਕਰਨ ਦਿੱਤਾ ਗਿਆ। ਝਗੜਾ ਕੀਤਾ ਉਸ ਗੱਲ ਦੇ ਉੱਤੇ ਵੀ ਇਹ ਨਹੀਂ ਹੋਵੇਗੀ। ਉਹਨਾਂ ਸਿੰਘਾਂ ਨੇ ਕਿਹਾ ਕਿ ਇਹ ਕੰਪਲੈਕਸ ਦੀ ਜਗ੍ਹਾ ਸਾਰੀ ਵੀ ਅਸੀਂ ਕਰ ਸਕਦੇ ਹਾਂ ਆਪਣੇ ਮਤਲਬ ਕਿ ਮੁਲਾਜ਼ਮਾਂ ਦੀ ਹਿਫਾਜ਼ਤ ਵਾਸਤੇ। ਇਹ ਉਹਨਾਂ ਨੇ ਕਾਰਨ ਬਣਾਇਆ, ਪਰ ਕਾਰਨ ਤਾਂ ਹੋਰ ਸੀਗਾ। ਸਰਕਾਰ ਨੇ ਅਟੈਕ ਕਰਨਾ ਸੀਗਾ ਮਿਲਟਰੀ ਦਾ, ਤੇ ਵਿਸ਼ੇਸ਼ ਤੌਰ ਤੇ ਗੋਲੀ ਚਲਾ ਕੇ ਪਤਾ ਕਰਨਾ ਸੀ ਕਿ ਕਿੱਥੇ ਕਿੱਥੇ ਮੋਰਚੇ ਨੇ, ਕਿਹੜੇ ਕਿਹੜੇ ਹਥਿਆਰ ਨੇ ਇਹਨਾਂ ਕੋਲੇ। ਉਹ ਪ੍ਰਾਪਤ ਕਰਨ ਵਾਸਤੇ ਜਾਣਕਾਰੀ ਬਗੈਰ ਕਿਸੇ ਭੜਕਾਟ ਤੋਂ, ਬਗੈਰ ਕਿਸੇ ਮਤਲਬ ਕਿ ਅਨਾਉਂਸਮੈਂਟ ਕਰਨ ਤੋਂ, ਉਸ ਵੇਲੇ CRP ਤੇ BSF ਨੇ 1 ਜੂਨ 12:30 ਵਜੇ ਦਰਬਾਰ ਸਾਹਿਬ ਦੇ ਉੱਤੇ ਮੀਂਹ ਵਾਂਗ ਗੋਲੀਆਂ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ, ਅਤੇ ਜਰਨਲ ਸ਼ਵੇਕ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਸਾਰੇ ਸਿੰਘਾਂ ਨੂੰ ਇੱਕ ਆਰਡਰ ਸੀ ਵੀ ਕੋਈ ਵੀ ਸਿੰਘ ਜਵਾਬੀ ਫਾਇਰਿੰਗ ਨਹੀਂ ਕਰੇਗਾ। ਜਿੰਨਾ ਚਿਰ ਪੁਲਿਸ ਦਰਬਾਰ ਸਾਹਿਬ ਦੇ ਅੰਦਰ ਨਹੀਂ ਕਰੇਗੀ, ਦਾਖਲ ਨਹੀਂ ਹੋਏਗੀ, ਉਹਨਾਂ ਚਿਰ ਕਿਸੇ ਵੀ ਸਿੰਘ ਨੇ ਫਾਇਰਿੰਗ ਨਹੀਂ ਕਰਨੀ। ਜਦੋਂ ਉਹ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਤੁਸੀਂ ਉਹਨਾਂ ਨੂੰ ਜਵਾਬ ਦੇਣਾ, ਤੇ ਫਿਰ ਹਰ ਪੱਖ ਤੋਂ ਕਿਸੇ ਗੱਲ ਦੀ ਢਿਲਾਈ ਨਹੀਂ ਕਰਨੀ, ਅਤੇ ਉਹਨਾਂ ਨੂੰ ਹਰ ਪੱਖ ਤੋਂ ਆਪਾਂ ਅੰਦਰ ਨਹੀਂ ਆਉਣ ਦੇਣਾ। ਇਹ ਉਹਨਾਂ ਮਹਾਂਪੁਰਸ਼ਾਂ ਦਾ, ਭਾਈ ਅਮਰੀਕ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਜਨਰਲ ਸਾਹਿਬ ਦਾ ਬਤੌਰ ਤੌਰ ਤੇ ਸਾਰੇ ਸਿੰਘਾਂ ਨੂੰ ਹੁਕਮ ਸੀਗਾ। ਕਿਸੇ ਵੀ ਸਿੰਘ ਨੇ ਜਦੋਂ ਮਤਲਬ ਕਿ ਫਾਇਰਿੰਗ ਕਰਨ ਦਾ ਕੋਈ ਮਹਿਸੂਸ ਹੋਇਆ ਉਦੋਂ ਕੀਤੀ ਨਹੀਂ। ਬਿਲਕੁਲ ਕਿਸੇ ਵੀ ਮੋਰਚੇ ਤੋਂ ਕਿਸੇ ਤਰ੍ਹਾਂ ਦੀ ਫਾਇਰਿੰਗ ਨਹੀਂ ਹੋਈ, ਪਰ ਸਰਕਾਰ ਵੱਲੋਂ CRP ਤੇ BSF ਵੱਲੋਂ ਲਗਾਤਾਰ 12:30 ਵਜੇ ਸ਼ੁਰੂ ਕਰਕੇ ਰਾਤ ਦੇ 8 ਵਜੇ ਤੱਕ ਫਾਇਰਿੰਗ ਹੁੰਦੀ ਰਹੀ। ਹਾਂਜੀ, ਜਿਹਦੇ ਵਿੱਚ 11 ਸਿੰਘ ਸ਼ਹੀਦ ਹੋਏ। ਉਹਨਾਂ ਦੇ ਵਿੱਚ 10ਵੀਂ ਟਕਸਾਲ ਦੇ ਵਿਦਿਆਰਥੀ ਭਾਈ ਰਾਮ ਸਿੰਘ ਜੀ ਸ਼ਹੀਦ ਹੋਏ, ਬਾਬਾ ਦੀਪ ਸਿੰਘ ਬਾਹੀ ਵਾਲੀ ਜਗ੍ਹਾ ਤੇ, ਅਤੇ ਇਸੇ ਤਰ੍ਹਾਂ ਭਾਈ ਮਹਿੰਗਾ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਸਿੰਘ ਸ਼ਹੀਦ ਹੋਏ, ਸੰਗਤ ਵਿੱਚੋਂ ਸਿੰਘ ਸ਼ਹੀਦ ਹੋਏ, ਅਤੇ 11 ਸਿੰਘ ਸ਼ਹੀਦ ਹੋਏਗੇ। 25 ਤੋਂ ਵੱਧ ਫੱਟੜ ਹੋਏ, ਜਿਹੜੇ 1 ਤਰੀਕ ਨੂੰ ਗੋਲੀ ਚੱਲੀ ਜਦੋਂ, ਤੇ ਦਰਬਾਰ ਸਾਹਿਬ ਜੀ ਨੂੰ ਵੀ ਗੋਲੀਆਂ ਲੱਗੀਆਂ ਵੱਡੀ ਗਿਣਤੀ ਵਿੱਚ, ਅਤੇ ਗੁੰਮਜ ਨੂੰ ਵੀ ਗੋਲੀਆਂ ਲੱਗੀਆਂ। ਇਹ ਹਾਲਾਤ ਸੀ 1 ਜੂਨ 1984 ਨੂੰ, ਜਦੋਂ ਪਹਿਲੇ ਦਿਨ ਸਰਕਾਰ ਨੇ BSF ਤੇ CRP ਵੱਲੋਂ ਗੋਲੀ ਚਲਾਈ ਗਈ। ਜੀ ਜੀ ਭਾਈ ਮੁਖਤਿਆਰ ਸਿੰਘ ਜੀ, ਮੈਨੂੰ ਇੱਕ ਗੱਲ ਦੱਸੋ, ਜਿਹੜੀ ਇਹ ਫੌਜ ਤੁਹਾਡੇ ਮੁਤਾਬਕ ਕਿੰਨੀ ਕੁ ਗਿਣਤੀ ਦੇ ਵਿੱਚ ਸੀ ਉਸ ਸਮੇਂ ਜਦੋਂ ਚੜ੍ਹਾਈ ਕੀਤੀ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ? ਦੇਖੋ, ਮੈਂ ਬੇਨਤੀ ਕਰਾਂ ਭਾਈ ਕੁਲਦੀਪ ਸਿੰਘ ਜੀ, ਜਿਹੜੀ ਫੌਜ ਦੀ ਗਿਣਤੀ ਸੀ ਸਾਨੂੰ ਕੁਛ ਪਤਾ ਲੱਗਿਆ 5 ਤਰੀਕ ਨੂੰ, ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਪਣੇ ਸਾਥੀ ਭਾਈ ਤਰਲੋਚਨ ਸਿੰਘ ਲੱਧੂ ਵਾਲੇ ਨੂੰ ਪੁੱਛਿਆ, ਜੋ ਉਸ ਵੇਲੇ ਉਹ ਵਾਇਰਲੈਸ ਆਪਰੇਟਰ ਸੀਗਾ, ਸੈੱਟ ਤੇ ਸੀਗਾ, ਤਾਂ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਵੀ 1.5 ਲੱਖ ਤੋਂ ਵੱਧ
ਫੌਜ ਦਾ ਘੇਰਾ ਦਰਬਾਰ ਸਾਹਿਬ ਦੇ ਹੈ। ਅਤੇ ਲੇਕਿਨ ਜਦੋਂ ਸਾਨੂੰ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਵੀ 6 ਲੱਖ ਤੋਂ ਵੱਧ ਪੰਜਾਬ ਦੇ ਚੱਪੇ ਚੱਪੇ ਦੇ ਉੱਤੇ ਪੁਲਿਸ ਨੇ ਫੌਜ ਨੇ ਘੇਰਾ ਪਾਇਆ ਸੀਗਾ, ਅਤੇ ਜਿਹਦੇ ਵਿੱਚ ਕੋਈ ਨਾ ਪੈਦਲ ਜਾਣ ਵਾਲਾ, ਨਾ ਸਾਈਕਲ ਤੇ, ਨਾ ਕਿਸੇ ਕਾਰ ਮੋਟਰ ਤੇ, ਨਾ ਸਕੂਟਰ ਮੋਟਰਸਾਈਕਲ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸਫ਼ਰ ਨਹੀਂ ਕਰ ਸਕਦਾ। ਇਸ ਤਰ੍ਹਾਂ ਮਤਲਬ ਵੱਡੀ ਗਿਣਤੀ ਵਿੱਚ ਜਿੱਥੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ, 37 ਗੁਰਦੁਆਰੇ ਸਾਹਿਬ ਹੋਰ ਸੀਗੇ ਜਿਨ੍ਹਾਂ ਦੇ ਉੱਤੇ ਮਿਲਟਰੀ ਨੇ ਇਕੱਠਾ ਹੀ ਐਕਸ਼ਨ ਕੀਤਾ 4 ਤਰੀਕ ਨੂੰ, ਕਿਉਂਕਿ 2 ਤਰੀਕ ਨੂੰ ਤੇ 3 ਤਰੀਕ ਨੂੰ 2 ਤਰੀਕ ਨੂੰ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹ ਕੁਝ ਪਰਿਵਾਰਾਂ ਨੂੰ ਦਿੱਤੇ ਗਏ, ਕੁਛਾਂ ਦਾ ਸੰਸਕਾਰ ਦਰਬਾਰ ਸਾਹਿਬ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਨਿਖੇਧੀ ਕੀਤੀ ਗਈ, ਸ਼੍ਰੋਮਣੀ ਕਮੇਟੀ ਵੱਲੋਂ ਵੀ ਨਿਖੇਧੀ ਕੀਤੀ ਗਈ, ਅਤੇ ਧਾਰਮਿਕ ਜਥੇਬੰਦੀਆਂ ਇਸੇ ਤਰ੍ਹਾਂ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਉਹਨਾਂ ਵੱਲੋਂ ਵੀ ਨਿਖੇਧੀ ਕੀਤੀ ਗਈ ਸ਼ਬਦਾਂ ਵਿੱਚ। ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ 2 ਤਰੀਕ ਨੂੰ ਪੱਤਰਕਾਰਾਂ ਨੂੰ ਜੋ ਆਪਣੇ ਬਿਆਨ ਕਰਮਬੰਦ ਕਰਵਾਏ, ਆਡੀਓ ਵੀਡੀਓ ਅੱਜ ਵੀ ਸੁਣਨ ਨੂੰ ਮਿਲਦੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੰਗਤਾਂ ਨੂੰ ਮੈਂ ਬੇਨਤੀ ਕਰਦਾ, ਜੋ ਪਾਪ ਸਮੇਂ ਦੀ ਸਰਕਾਰ ਨੇ ਇਸ ਵੇਲੇ ਕੀਤਾ, ਇਹਨਾਂ ਦੀ ਮਨਸ਼ਾ ਠੀਕ ਨਹੀਂ, ਇਹ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ, ਸਿੱਖਾਂ ਨੂੰ ਕੁਚਲਣਾ ਚਾਹੁੰਦੇ ਨੇ, ਅਤੇ ਇਹ ਜਿਹੜੇ ਮਤਲਬ ਕਿ ਸਿੰਘ ਨੇ ਸਾਰੇ ਕਮਰ ਕਸਾ ਕਰਕੇ ਤੁਰੋ ਅਤੇ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੋ। ਇਹ ਮਹਾਂਪੁਰਖਾਂ ਨੇ 2 ਤਰੀਕ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ। ਜੀ ਭਾਈ ਬਖਤਿਆਰ ਸਿੰਘ ਜੀ, ਤੁਸੀਂ ਕਿਹਾ ਵੀ 1.5 ਲੱਖ ਦੀ ਜਿਹੜੀ ਤਕਰੀਬਨ ਫੌਜ ਸੀ, ਸਿੰਘ ਕਿੰਨੇ ਸੀ? ਸਿੰਘਾਂ ਦਾ ਜਥਾ ਕਿੰਨਾ ਸੀ ਸੰਤਾਂ ਦੇ ਨਾਲ? ਉੱਥੇ ਸੰਗਤ ਬਹੁਤ ਸੀਗੀ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੀਗੀ, ਲੇਕਿਨ ਜਿਹੜੇ ਸੰਤਾਂ ਦੇ ਬਾਡੀਗਾਰਡ ਜਾਂ ਸੰਤਾਂ ਦੇ ਸਿੰਘ ਸੀਗੇ ਉਹ ਤਕਰੀਬਨ 150 ਤੋਂ ਲੈ ਕੇ 200 ਤੱਕ ਸੀ। ਸਾਰਾ ਹੀ ਵਿੱਚੇ ਫੈਡਰੇਸ਼ਨ ਵਾਲੇ, ਵਿੱਚੇ ਕਾਰ ਸੇਵਾ ਵਾਲੇ, ਅਤੇ ਵਿੱਚੇ ਦਮਦਮੀ ਟਕਸਾਲ ਦੇ ਵਿਦਿਆਰਥੀ ਤੇ ਜਿਹੜੇ ਹੋਰ ਵੀ ਸਿੰਘ ਆਏ ਸੀਗੇ। 150 ਤੋਂ ਲੈ ਕੇ 200 ਤੱਕ ਸਾਰੇ ਸਿੰਘਾਂ ਦੀ ਗਿਣਤੀ ਸੀਗੀ ਜਿਨ੍ਹਾਂ ਨੇ ਫੌਜ ਦੇ ਨਾਲ ਮਤਲਬ ਕਿ ਚੜ੍ਹ ਕੇ ਆਈ ਫੌਜ ਦਾ ਮੁਕਾਬਲਾ ਕੀਤਾ ਤੇ ਟਾਕਰਾ ਕੀਤਾ ਜੀ। ਜੀ ਤੁਹਾਡਾ, ਤੁਸੀਂ ਵੀ ਨਾਲ ਸੀ ਸੰਤਾਂ, ਤੁਹਾਡਾ ਕੀ ਰੋਲ ਸੀ? ਤੁਸੀਂ ਕੀ ਕਰਦੇ ਸੀ ਉਸ ਸਮੇਂ? ਮੇਰਾ ਰੋਲ ਸੀ ਜੀ ਦਮਦਮੀ ਟਕਸਾਲ ਦਾ, ਮੈਂ ਵਿਦਿਆਰਥੀ ਸੀ, ਪਰ ਲੇਕਿਨ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਸੀ ਤੇ ਬਤੌਰ ਰਾਗੀ ਸਿੰਘ ਦੀ ਮੇਰੀ ਡਿਊਟੀ ਸੀ ਤੇ ਕੀਰਤਨ ਕਰਨ ਦੀ ਮੇਰੀ ਡਿਊਟੀ ਸੀ ਉਸ ਵੇਲੇ। ਜੀ ਜੀ ਤੁਸੀਂ ਆਪਣੀ ਅੱਖਾਂ ਦੀ ਨਾਲ ਵਾਪਰਿਆ ਦੇਖਿਆ ਸਾਰਾ ਇਹ ਭਾਣਾ ਪੂਰਾ ਡਿਟੇਲ ਦੇ ਵਿੱਚ ਬਿਆਨ ਕਰ ਸਕੋ? ਕਿਸ ਤਰ੍ਹਾਂ ਗੋਲੇ ਚੱਲੇ ਅਕਾਲ ਤਖ਼ਤ ਸਾਹਿਬ ਤੇ, ਜਦੋਂ ਹਰਿਮੰਦਰ ਸਾਹਿਬ ਤੇ ਲੱਗਿਆ ਗੋਲਾ ਆ ਕੇ, ਕਿਸ ਤਰ੍ਹਾਂ ਦੀ ਉਹ ਤੁਸੀਂ ਦੇਖਿਆ ਸਾਰਾ ਸੀਨ? ਦੇਖੋ, ਮੈਂ ਬੇਨਤੀ ਕਰ ਰਿਹਾ ਸੀਗਾ ਵੀ 2 ਤਰੀਕ ਨੂੰ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਤੇ 3 ਤਰੀਕ ਨੂੰ ਮਤਲਬ ਕਿ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਸੀਗਾ। ਉਸ ਜੋੜ ਮੇਲੇ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਬਾਹਰੋਂ ਮਤਲਬ ਕਿ ਦਰਸ਼ਨ ਕਰਨ ਵਾਸਤੇ ਆ ਰਹੀਆਂ ਸੀ, ਵਿਸ਼ੇਸ਼ ਤੌਰ ਤੇ ਜਿਹੜਾ ਮਤਲਬ ਕਿ ਮੋਰਚਾ ਲੱਗਿਆ ਸੀ, ਉਸ ਮੋਰਚੇ ਦੇ ਗ੍ਰਿਫਤਾਰੀ ਦੇਣ ਵਾਸਤੇ ਆਪਣੇ ਇਲਾਕੇ ਦੇ ਸੰਗਰੂਰ ਜ਼ਿਲ੍ਹੇ ਦੇ ਸਤਿਕਾਰਯੋਗ ਭਾਈ ਜਥੇਦਾਰ ਨਛੱਤਰ ਸਿੰਘ ਜੀ ਭਲਵਾਨ ਵੱਡੀ ਗਿਣਤੀ ਵਿੱਚ ਜਥਾ ਲੈ ਕੇ ਆਏ ਸੀਗੇ। ਉਹ ਵੀ ਸੰਗਤਾਂ ਆ ਰਹੀਆਂ ਸੀ। ਇਸੇ ਤਰ੍ਹਾਂ ਰੋਸ ਵਜੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਸੀ। ਦਰਬਾਰ ਸਾਹਿਬ ਤੇ ਅਟੈਕ ਹੋਏ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਉੱਥੇ ਪਹੁੰਚੇ ਸੀ। ਇਸ ਤਰ੍ਹਾਂ ਸੰਗਤਾਂ ਭਾਰੀ ਇਕੱਠ ਸੀਗਾ। 3 ਜੂਨ ਨੂੰ ਸੰਤਾਂ ਮਹਾਂਪੁਰਸ਼ਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਰੇ ਜਥੇ ਦੇ ਸਿੰਘਾਂ ਦੀ ਇੱਕ ਮੀਟਿੰਗ ਸੱਦੀ। ਉਸ ਮੀਟਿੰਗ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਸਾਰਿਆਂ ਨੂੰ ਇਹ ਗੱਲ ਕਹੀ ਕਿ ਸਿੰਘੋ, ਸਮਾਂ ਆ ਗਿਆ ਹੈ ਸ਼ਹਾਦਤ ਦੇਣ ਦਾ। ਤੁਸੀਂ ਨਿਭਾਤੀ, ਮੈਂ ਨਿਭਾ ਦੇਣੀ ਹੈ। ਤੇ ਤੁਸੀਂ ਜੇ ਕਿਸੇ ਸਿੰਘ ਨੂੰ ਮੇਰੇ ਕੋਲ ਉੱਚਾ ਨੀਵਾਂ ਵੀ ਕਿਹਾ ਗਿਆ ਹੋਵੇ ਤਾਂ ਮੈਂ ਉਹਦੀ ਵਿਸ਼ੇਸ਼ ਤੌਰ ਤੇ ਖਿਮਾ ਮੰਗਦਾ। ਤੇ ਤੁਸੀਂ ਮੇਰੇ ਨਾਲ ਪੂਰਾ ਸਾਥ ਦਿੱਤਾ ਤੇ ਦੇ ਰਹੇ ਹੋ। ਤੇ ਤੁਹਾਨੂੰ ਇੱਕ ਬੇਨਤੀ ਕਰਦਾ, ਜਿਹੜੇ ਸਿੰਘਾਂ ਨੇ ਜਾਣਾ ਆਪਣੇ ਘਰਾਂ ਨੂੰ, ਉਹ ਬੜੇ ਪਿਆਰ ਸਰਕਾਰ ਦੇ ਨਾਲ ਖੁਸ਼ੀ ਨਾਲ ਜਾ ਸਕਦੇ ਨੇ। ਮੇਰੇ ਕੋਲੇ ਸਿਰਫ ਇਸ ਵੇਲੇ ਸ਼ਹਾਦਤਾਂ ਨੇ, ਨੰਬਰ 2 ਫਾਂਸੀ ਦੇ ਰੱਸੇ ਨੇ, ਨੰਬਰ 3 ਜਿਹੜੀਆਂ ਜੇਲ੍ਹ ਦੀਆਂ ਕਾਲ ਕੋਠੜੀਆਂ ਨੇ। ਜਿਨ੍ਹਾਂ ਨੇ ਇਹ ਸਵੀਕਾਰ ਆ, ਜਿਨ੍ਹਾਂ ਸਿੰਘਾਂ ਨੂੰ, ਉਹ ਮੇਰੇ ਕੋਲ ਰਹਿ ਸਕਦੇ ਨੇ। ਬਾਕੀ ਸਿੰਘ ਆਪੋ ਆਪਣੇ ਘਰਾਂ ਨੂੰ ਜਾ ਸਕਦੇ ਨੇ ਜਿਨ੍ਹਾਂ ਨੇ ਖੁਸ਼ੀ ਨਾਲ ਜਾਣਾ ਹੈ। ਪਰ ਕੋਈ ਵੀ ਸਿੰਘ, ਭਾਈ ਕੁਲਦੀਪ ਸਿੰਘ ਜੀ ਉੱਥੋਂ ਨਹੀਂ ਗਿਆ, ਮਹਾਂਪੁਰਖਾਂ ਦੇ ਕੋਲ ਹੀ ਸਿੰਘ ਰਹੇ।
ਵਿਸ਼ੇਸ਼ ਤੌਰ ਤੇ ਸਿੰਘਾਂ ਨੂੰ, ਸਾਨੂੰ ਗ੍ਰਸਤੀ ਸਿੰਘਾਂ ਨੂੰ ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਕਿ ਤੁਸੀਂ ਸਾਰੇ ਸਿੰਘ ਆਪਣੇ ਪਰਿਵਾਰਾਂ ਨੂੰ ਲੈ ਕੇ ਨਾਲ ਤੇ ਪ੍ਰਕਰਮਾਂ ਵਿੱਚ ਆ ਜਾਣਾ ਹੈ। ਰਾਤ ਨੂੰ ਕਿਸੇ ਵੇਲੇ ਵੀ ਸਮੇਂ ਦੀ ਸਰਕਾਰ ਵੱਲੋਂ ਕੋਈ ਵੀ ਭਾਣਾ ਵਰਤ ਸਕਦਾ ਹੈ। ਤਾਂ ਜੀ ਉਸ ਵੇਲੇ ਅਸੀਂ ਮਹਾਂਪੁਰਖਾਂ ਦੇ ਨਾਲ ਜੋ ਹੁਕਮ ਮੰਨ ਕੇ ਆਪੋ ਆਪਣੇ ਪਰਿਵਾਰਾਂ ਨੂੰ, ਸਿੰਘ ਜਿਹੜੇ ਗ੍ਰਸਤੀ ਸੀ ਉਹ ਪ੍ਰਕਰਮਾਂ ਵਿੱਚ ਰਾਤ ਨੂੰ ਆ ਗਏ ਸੀਗੇ। ਰਾਤ ਨੂੰ ਸਾਰੀ ਰਾਤ ਪਹਿਰਾ ਦਿੱਤਾ। ਸਵੇਰੇ ਅੰਮ੍ਰਿਤ ਵੇਲੇ ਜੋ 4:30 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੀਰਤਨ ਸ਼ੁਰੂ ਹੁੰਦਾ ਹੈ, ਆਰੰਭ ਹੁੰਦਾ ਹੈ, ਉਸ ਕੀਰਤਨ ਦੀ ਮਾਨ ਮਰਜ਼ਾਦਾ ਨੂੰ ਰੱਖਦਿਆਂ ਹੋਇਆਂ ਅਸੀਂ 3 ਸਿੰਘ ਦਮਦਮੀ ਟਕਸਾਲ ਦੇ ਹੀ ਵਿਦਿਆਰਥੀ ਸੀ, ਭਾਈ ਗੁਰਸ਼ਰਨ ਸਿੰਘ ਜੀ, ਭਾਈ ਠਾਕਰ ਸਿੰਘ ਜੀ ਤੇ ਦਾਸ, ਤਿੰਨਾਂ ਨੇ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ 4:30 ਵਜੇ 4 ਜੂਨ ਨੂੰ ਕੀਰਤਨ ਆਰੰਭ ਕਰ ਦਿੱਤਾ ਸੀਗਾ। ਜੀ ਉਸ ਤੋਂ ਬਾਅਦ ਕਿਉਂਕਿ ਇੱਕ ਇਹ ਮਾਨ ਮਰਜ਼ਾਦਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ, ਕੋਠਾ ਸਾਹਿਬ ਤੋਂ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਾਲਕੀ ਵਿੱਚ ਜਾਂਦੇ ਨੇ ਅਤੇ ਦਰਬਾਰ ਸਾਹਿਬ ਭਾਵੇਂ ਕੀਰਤਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ, 3 ਪਹਿਲਾ ਕੀਰਤਨ ਸ਼ੁਰੂ ਹੁੰਦਾ ਹੈ, ਫਿਰ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਦੇ ਨੇ ਰਾਗੀ ਸਿੰਘ, ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। 4:30 ਵਜੇ ਸ਼੍ਰੀ ਮੁਖਵਾਕ ਹੁਕਮਨਾਮਾ ਹੋ ਜਾਂਦਾ ਹੈ। ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਕੀਰਤਨ ਰਾਗੀ ਸਿੰਘ ਆਰੰਭ ਕਰਦੇ ਨੇ। ਅੱਜ ਤਾਂ ਰਾਗੀ ਸਿੰਘ ਕੀਰਤਨ ਅੰਦਰ ਕਰਦੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ, ਪਰ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬਾਹਰ ਜਿੱਥੇ ਪ੍ਰਕਰਮਾਂ ਦੇ ਵਿੱਚ ਬਿਲਕੁਲ ਸਨਮੁਖ ਇੱਕ ਸਟੇਜ ਤਖਤ ਫੋਸ ਦੀ ਬਣਾਈ ਜਾਂਦੀ ਸੀਗੀ, ਜੋ ਚੱਕੀ ਵੀ ਜਾਂਦੀ ਸੀਗੀ ਤਖਤ ਫੋਸ, ਉਹਦੇ ਸਟੇਜ ਦੇ ਉੱਤੇ ਬੈਠ ਕੇ ਰਾਗੀ ਸਿੰਘ ਕੀਰਤਨ ਕਰਿਆ ਕਰਦੇ ਸੀ। 4:30 ਵਜੇ ਅਸੀਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕੀਤਾ, ਜਿਹਦੇ ਵਿੱਚ ਸੁਣਨ ਵਾਲੀ ਸੰਗਤ ਵਿੱਚ ਜਰਨਲ ਸ਼ਵੇਕ ਸਿੰਘ ਜੀ ਆਪ ਬੈਠੇ ਸੀ, ਸੰਗਤਾਂ ਵੀ ਬੈਠੀਆਂ ਸਨ, ਦਮਦਮੀ ਟਕਸਾਲ ਦੇ ਵਿਦਿਆਰਥੀ ਬੈਠੇ ਸੀਗੇ। ਤੇ ਉਸ ਵੇਲੇ 4:40 ਦੇ ਉੱਤੇ, ਕਿਉਂਕਿ ਸ੍ਰੀ ਆਸਾ ਜੀ ਦੀ ਵਾਰ ਦੀ ਆਰੰਭਤਾ ਕਰਨ ਤੋਂ ਪਹਿਲਾਂ ਅਸੀਂ ਡੰਡੌਤ ਕਰਦੇ ਹਾਂ, ਫਿਰ ਸ੍ਰੀ ਆਸਾ ਦੀ ਵਾਰ ਦਾ ਛੱਕਾ ਪੜ੍ਹਿਆ ਜਾਂਦਾ ਹੈ। ਪਹਿਲਾ ਛੱਕਾ ਉਚਾਰਨ ਕੀਤਾ ਸੀ, ਉਹਦੀ ਸਮਾਪਤੀ ਹੋਈ ਸੀ, ਸ਼ਲੋਕ ਪੜ੍ਹਨਾ ਸੀਗਾ, ਲੇਕਿਨ ਉਸ ਵੇਲੇ ਤੋਪਾਂ ਦੇ ਗੋਲਿਆਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਅਟੈਕ ਕੀਤਾ ਗਿਆ 4:40 ਤੇ। ਜਿਹੜਾ ਪਹਿਲਾ ਗੋਲਾ ਸੀਗਾ ਉਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਥੜਾ ਸਾਹਿਬ ਦੇ ਬਿਲਕੁਲ ਤੇ ਅਕਾਲ ਤਖ਼ਤ ਦੇ ਵਿਚਾਲੇ ਇੱਕ ਉੱਚੀ ਬਿਲਡਿੰਗ ਹੁੰਦੀ ਸੀ, ਉਹਦੇ ਉੱਤੇ ਮੋਰਚਾ ਹੁੰਦਾ ਸੀਗਾ। ਰੋਡਿਆਂ ਦੇ ਸਿੰਘ ਸੀ ਭਾਈ ਜੋਗਿੰਦਰ ਸਿੰਘ ਜੀ, ਭਾਈ ਪਰਸਾ ਸਿੰਘ ਜੀ, ਅਤੇ ਜਿਨ੍ਹਾਂ ਨੇ ਨਰਕਧਾਰੀ ਨੂੰ ਸੋਧਿਆ ਸੀ ਭਾਈ ਕਾਬਲ ਸਿੰਘ ਜੀ, ਭਾਈ ਜਗਦੀਸ਼ ਸਿੰਘ ਤੇ ਭਾਈ ਇਕਬਾਲ ਸਿੰਘ, ਪਾਲਾ ਸਿੰਘ। ਇਹ ਜਿਹੜੇ ਸਿੰਘ ਸੀ, ਇਹ ਭਾਈ ਬੁੱਧ ਸਿੰਘ, ਇਹ ਮੋਰਚਾ ਉਹਨਾਂ ਕੋਲੇ ਸੀਗਾ। ਇਸ ਮੋਰਚੇ ਦੇ ਨਾਲ ਹੀ ਬਿਲਕੁਲ ਨਾਲ ਹੀ ਕੁਝ ਸਕਿੰਟਾਂ ਵਿੱਚ ਹੀ ਦੂਸਰਾ ਗੋਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੱਜਿਆ। ਜੀ ਸ੍ਰੀ ਅਕਾਲ ਤਖ਼ਤ ਦੇ ਜਦੋਂ ਗੋਲਾ ਵੱਜਿਆ, ਉਹਦੀਆਂ ਜਿਹੜੀਆਂ ਕਿੰਕਰਾਂ ਸੀ ਇੱਟਾਂ ਦੀਆਂ, ਉਹ ਸਾਡੇ ਕੀਰਤਨ ਕਰਦਿਆਂ ਦੇ ਉੱਪਰ ਵੱਜੀਆਂ। ਜਰਨਲ ਸ਼ਵੇਕ ਸਿੰਘ ਜੀ ਨੇ ਉਸੇ ਵੇਲੇ ਸਾਰੇ ਸਿੰਘਾਂ ਨੂੰ ਸੁਚੇਤ ਕੀਤਾ, ਸੰਗਤ ਨੂੰ ਬੇਨਤੀ ਕੀਤੀ, ਸਿੰਘੋ ਸਮੇਂ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਮਿਲਟਰੀ ਦਾ ਹਮਲਾ ਕਰ ਦਿੱਤਾ ਹੈ, ਤੁਸੀਂ ਆਪੋ ਆਪਣੀ ਸਾਰੀ ਸੁਰੱਖਿਅਤ ਜਗ੍ਹਾ ਤੇ ਚਲੇ ਜਾਵੋ। ਅਸੀਂ ਜਰਨਲ ਸਾਹਿਬ ਦਾ ਵਚਨ ਮੰਨ ਕੇ ਅਤੇ ਸੰਗਤਾਂ ਵੀ ਆਪੋ ਆਪਣੇ ਸੁਰੱਖਿਅਤ ਜਗ੍ਹਾ ਤੇ ਬਰਾਂਡਿਆਂ ਵਿੱਚ, ਕੁਝ ਅਕਾਲ ਤਖ਼ਤ ਸਾਹਿਬ ਦੇ ਅੰਦਰ, ਕੁਝ ਮਤਲਬ ਕਿ ਬਰਾਂਡਿਆਂ ਵਿੱਚ ਚਲੇ ਗਏ। ਅਸੀਂ ਉਸ ਵੇਲੇ ਦਰਬਾਰ ਸਾਹਿਬ ਵਾਹਿਗੁਰੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਚਲੇ ਗਏ। ਸੰਤ ਬਾਬਾ ਜਰਨੈਲ ਸਿੰਘ ਜੀ ਉਸ ਵੇਲੇ ਭਾਵੇਂ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਨਾਲ ਇੱਕ ਬਿਲਡਿੰਗ ਹੁੰਦੀ ਸੀ ਜਿੱਥੇ ਸੰਤਾਂ ਦਾ ਆਸਣ ਹੁੰਦਾ ਸੀਗਾ, ਕਈ ਲੋਕ ਇਹ ਪ੍ਰਚਾਰ ਕਰਦੇ ਨੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਿਉਂ ਆਪਣਾ ਆਸਣ ਰੱਖਿਆ। ਮੈਂ ਬੇਨਤੀ ਕਰਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਸਿੱਖ ਸੰਗਤਾਂ ਦੀ ਜਾਣਕਾਰੀ ਲਈ, ਇਹ ਅਕਾਲ ਤਖ਼ਤ ਸਾਹਿਬ ਦੇ ਨਾਲ ਇੱਕ ਬਿਲਡਿੰਗ ਹੁੰਦੀ ਸੀਗੀ, ਜਿਹਦੇ ਵਿੱਚ ਆਪਣਾ ਜਦੋਂ ਪੰਜਾਬੀ ਸੂਬਾ ਮੋਰਚਾ ਲੈਣ ਵਾਸਤੇ ਮੋਰਚਾ ਲਾਇਆ ਸੀਗਾ, ਸੰਤ ਫਤਿਹ ਸਿੰਘ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਸੰਤ ਚੰਨਣ ਸਿੰਘ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਨੇ ਮਰਨ ਵਰਤ ਅਗਨ ਕੁੰਡ ਵਿੱਚ ਸੜ ਕੇ ਆਪਣੇ ਸਰੀਰ ਨੂੰ ਨਾਸ਼ ਕਰਨ ਦੇ ਲਈ ਜੋ ਮੋਰਚਾ ਲਾਇਆ ਸੀ ਕਿ ਅਸੀਂ ਸ਼ਹਾਦਤ ਦੇ ਦੇਣੀ ਹੈ ਜੇ ਸਾਨੂੰ ਪੰਜਾਬੀ ਸੂਬਾ ਮੋਰਚਾ ਪੰਜਾਬੀ ਸੂਬਾ ਨਾ ਮਿਲਿਆ।
ਉਸ ਬਿਲਡਿੰਗ ਦਾ ਇੱਕ ਰਸਤਾ ਝੂਠੇ ਬਾਜ਼ਾਰ ਕਿ ਨਹੀਂ ਹੁੰਦਾ ਸੀ ਦਰਵਾਜ਼ਾ, ਇੱਕ ਅਕਾਲ ਤਖਤ ਵਾਲੇ ਪਾਸੇ ਹੁੰਦਾ ਸੀਗਾ। ਉਸ ਬਿਲਡਿੰਗ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਆਸਣ ਸੀ। ਜਦੋਂ 4 ਤਰੀਕ ਨੂੰ ਅਟੈਕ ਕੀਤਾ ਸੰਤ ਉਸ ਮਤਲਬ ਕਿ ਕਮਰੇ ਚੋਂ ਆਪਣੇ ਚੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਜਿਹੜੀ ਬੇਸਮੈਂਟ ਬਣੀ ਸੀਗੀ ਉੱਥੇ ਮੋਰਚਾ ਸੀਗਾ, ਉਸ ਬੇਸਮੈਂਟ ਵਿੱਚ ਅਤੇ ਭੋਰੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੁਝ ਸਿੰਘ ਆ ਗਏ ਸੀਗੇ। ਅਸੀਂ ਵੀ ਕੁਝ ਸਿੰਘ ਉਹਨਾਂ ਦੇ ਕੋਲੇ ਉੱਥੇ ਚਲੇ ਗਏ ਸੀਗੇ। ਇਹ ਹਾਲਾਤ ਸੀ ਉਸ ਵੇਲੇ 4 ਤਰੀਕ ਨੂੰ 4 ਜੂਨ ਨੂੰ ਸਵੇਰ ਦੇ ਜਦੋਂ ਫੌਜ ਨੇ ਅਟੈਕ ਕੀਤਾ ਜੀ। ਤੇ ਉਸ ਤੋਂ ਬਾਅਦ ਮਤਲਬ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜੋ ਰਾਗੀ ਸਿੰਘਾਂ ਨੂੰ ਵਿਸ਼ੇਸ਼ ਤੌਰ ਤੇ ਕਿਹਾ, ਜਦੋਂ ਕਿਸੇ ਸਿੰਘ ਨੇ ਕਿਹਾ ਕਿ ਕੀਰਤਨ ਦੀ ਸੇਵਾ ਨਹੀਂ ਹੋ ਸਕੀ, ਸੰਤਾਂ ਨੇ ਉਸ ਵੇਲੇ ਭਾਈ ਕਰਮ ਠਾਕਰ ਸਿੰਘ ਜੀ ਨੂੰ ਅਤੇ ਭਾਈ ਗੁਰਸ਼ਰਨ ਸਿੰਘ ਜੀ ਬਾਰੇ ਪੁੱਛਿਆ, ਕਹਿੰਦੇ ਕਿੱਥੇ ਨੇ? ਉਹ ਕਹਿੰਦੇ ਉਹ ਇੱਥੇ ਹੀ ਨੇ। ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਿਹਾ ਵੀ ਜਾਓ ਜਾ ਕੇ ਸ੍ਰੀ ਆਸੇ ਦੀ ਵਾਰ ਦਾ ਕੀਰਤਨ ਕਰੋ। ਮੇਰੇ ਬਾਰੇ ਪੁੱਛਿਆ ਮੁਖੀ ਕਿੱਥੇ ਹੈ? ਤਾਂ ਮੈਂ ਉਸ ਵੇਲੇ ਉੱਪਰ ਸੀਗਾ ਅਕਾਲ ਤਖਤ ਸਾਹਿਬ ਤੇ ਮੈਨੂੰ ਬੁਲਾਇਆ ਗਿਆ। ਜਿਹੜੇ ਸੰਤਾਂ ਦੇ ਡਰਾਈਵਰ ਸੀ ਭਾਈ ਗੁਰਮੁਖ ਸਿੰਘ ਜੀ ਭੂਰਿਆਂ ਤੋਂ ਡਰਾਈਵਰ ਸੀਗੇ, 2 ਗੁਰਮੁਖ ਸਿੰਘ ਨਾਮ ਦੇ ਸਿੰਘ ਸੀ ਜਥੇ ਵਿੱਚ, ਇੱਕ ਭੂਰਿਆਂ ਤੋਂ ਸੰਤਾਂ ਦੇ ਗੜਵਈ ਸੀ। ਸੰਤ ਬਾਬਾ ਕਰਤਾਰ ਸਿੰਘ ਦੇ ਵੀ ਗੜਵਈ ਸੀ, ਸੰਤ ਬਾਬਾ ਜਰਨੈਲ ਸਿੰਘ ਦੇ ਵੀ ਗੜਵਈ ਸੀ। ਦੂਸਰੇ ਭੂਰਿਆਂ ਤੋਂ ਹੀ ਭਾਈ ਗੁਰਮੁਖ ਸਿੰਘ ਡਰਾਈਵਰ ਸੀਗੇ। ਉਹ ਮੈਨੂੰ ਬੁਲਾਉਣ ਵਾਸਤੇ ਉੱਪਰ ਆਏ, ਮੈਨੂੰ ਕਹਿਣ ਲੱਗੇ ਮੁਖੀ ਤੈਨੂੰ ਸੰਤ ਸਾਦੇ ਨੇ। ਮੈਂ ਉੱਥੇ ਉਸ ਵੇਲੇ ਗਿਆ। ਸੰਤਾਂ ਨੇ ਫਿਰ ਇਤਿਹਾਸਕ ਪੱਖ ਤੋਂ ਉਹ ਉਦਾਹਰਨ ਦਿੱਤੀ ਤੇ ਕਿਹਾ, ਸਿੰਘੋ ਉਹ ਸਮਾਂ ਵੀ ਯਾਦ ਕਰੋ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਿੰਦੂ ਰਾਜਿਆਂ ਦੀਆਂ ਆਟੇ ਦੀਆਂ ਗਊਆਂ ਬਣਾ ਕੇ ਸਹੁੰ ਚੁੱਕਣ ਤੇ ਅਤੇ ਮੁਸਲਮਾਨਾਂ ਦੇ ਕੁਰਾਨ ਦੀ ਸਹੁੰ ਚੁੱਕਣ ਤੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਪਰ ਲੇਕਿਨ ਜ਼ਾਲਮਾਂ ਨੇ ਉਸ ਵੇਲੇ ਹਮਲਾ ਕੀਤਾ ਮਹਾਰਾਜ ਜੀ ਦੇ ਪਿੱਛੇ ਤੇ ਸਿੰਘ ਯੁੱਧ ਕਰਦੇ ਹੋਏ ਸਰਸਾ ਨਦੀ ਤੇ ਪਹੁੰਚੇ ਸੀ। ਸਰਸਾ ਨਦੀ ਤੇ ਅੰਮ੍ਰਿਤ ਵੇਲਾ ਹੋ ਚੁੱਕਿਆ ਸੀ। ਮਹਾਰਾਜ ਕਹਿਣ ਲੱਗੇ ਸਿੰਘੋ ਲਿਆਓ ਸਾਜ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰੀਏ। ਤੇ ਮੈਦਾਨੇ ਜੰਗ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਸ਼ਬਦ ਕੀਰਤਨ ਦੇ ਨਾਲ ਜੁੜੇ ਤੇ ਸੰਗਤਾਂ ਨੂੰ ਜੋੜਿਆ, ਸਿੰਘਾਂ ਨੂੰ ਜੋੜਿਆ ਤੇ ਉਹ ਮਾਨ ਮਰਜ਼ਾਦਾ ਨੂੰ ਕਾਇਮ ਰੱਖਣਾ। ਜਾਓ ਜਿੰਨਾ ਚਿਰ ਤੁਹਾਡੇ ਵਿੱਚ ਸਵਾਸ ਚੱਲਦੇ ਨੇ, ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਨਿਭਾ ਸਕਦੇ ਹੋ, ਜਾ ਕੇ ਸ਼ਬਦ ਕੀਰਤਨ ਕਰੋ। ਬੇਨਤੀ ਕੀਤੀ ਮਹਾਂਪੁਰਖੋ ਬਾਹਰ ਤਾਂ ਗੋਲੀ ਬਹੁਤ ਚੱਲ ਰਹੀ ਹੈ। ਕਹਿਣ ਲੱਗੇ ਅੰਦਰ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੁਸੀਂ ਸ਼ਬਦ ਕੀਰਤਨ ਜਿਹੜੀ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ। ਅਸੀਂ ਉਸ ਹੁਕਮ ਦੀ ਤਾਮੀਲ ਕਰਦੇ ਹੋਏ ਤਿੰਨੇ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾ ਕੇ ਜੋ ਸ਼ਬਦ ਕੀਰਤਨ ਸ਼ੁਰੂ ਕੀਤਾ। ਉਸ ਵੇਲੇ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਜਿਹੜੇ ਸਿੰਘ ਸਾਹਿਬ ਸੀਗੇ ਅਤੇ ਭਾਈ ਭਗਵਾਨ ਸਿੰਘ ਜੀ ਸਹਾਇਕ ਗ੍ਰੰਥੀ ਸਿੰਘ ਸੀ ਤੇ ਹੋਰ ਸੇਵਾਦਾਰ ਸੀ। ਅਸੀਂ ਸਾਰਿਆਂ ਨੇ ਮਿਲ ਕੇ ਉਸ ਵੇਲੇ ਜੋ ਮਾਨ ਮਰਜ਼ਾਦਾ ਸ੍ਰੀ ਅਕਾਲ ਤਖਤ ਦੀ ਸੀਗੀ ਉਹਨੂੰ ਸੰਪੂਰਨ ਕੀਤਾ। ਦੂਜੇ ਪਾਸੇ 4 ਚੁਫੇਰੇ ਤੋਂ ਸਮੇਂ ਦੀ ਉਸ ਵੇਲੇ ਮਿਲਟਰੀ ਵੱਲੋਂ ਗੋਲੀਆਂ ਅਤੇ ਤੋਪਾਂ ਦੇ ਗੋਲੇ ਭਰਾਏ ਜਾ ਰਹੇ ਸਨ। ਉਹਨਾਂ ਦਾ ਕਾਰਨ ਇਹ ਸੀ, ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ ਇਹ ਗੱਲ ਫੌਜ ਨੇ ਕਹੀ ਸੀਗੀ, ਜੋ ਬਾਅਦ ਵਿੱਚ ਸਾਨੂੰ ਸੁਣਨ ਨੂੰ ਪਤਾ ਲੱਗਿਆ ਵੀ 2 ਘੰਟਿਆਂ ਦੇ ਵਿੱਚ ਅਸੀਂ ਸੰਤ ਜਰਨੈਲ ਸਿੰਘ ਨੂੰ ਫੜ ਕੇ ਲੈ ਆਵਾਂਗੇ, ਇਹ 2 ਘੰਟਿਆਂ ਦੀ ਖੇਡ ਹੈ। ਤੇ ਉਸ ਵੇਲੇ ਗੁਰਦੇਵ ਸਿੰਘ ਜਿਹੜੇ ਡੀਸੀ ਸੀ ਅੰਮ੍ਰਿਤਸਰ ਸਾਹਿਬ ਦੇ, ਉਹਨਾਂ ਨੇ ਕਿਹਾ ਸੀ ਤੁਸੀਂ ਨਹੀਂ ਇਹ ਕਰ ਸਕਦੇ। ਉਸ ਵੇਲੇ ਜਿਹੜਾ ਜਨਰਲ ਸੀਗਾ ਬਰਾੜ, ਉਹਨੇ ਗੱਲ ਕਹੀ ਸੀ ਡੀਸੀ ਨੂੰ, ਜੋ ਸਾਨੂੰ ਬਾਅਦ ਵਿੱਚ ਸੁਣਨ ਨੂੰ ਪਤਾ ਲੱਗਿਆ ਕਿ ਜਦੋਂ ਤੋਪਾਂ ਗਰਜਦੀਆਂ ਨੇ, ਟੈਂਕਾਂ ਦੇ ਤੋਪਾਂ ਦੇ ਗੋਲੇ ਸਿੱਟੇ ਜਾਂਦੇ ਨੇ, ਵੱਡੇ ਵੱਡੇ ਜਿਹੜੇ ਬਹਾਦਰ ਯੋਧਿਆਂ ਦੇ ਦਿਲ ਹੌਲ ਜਾਂਦੇ ਨੇ। ਸੰਤ ਜਰਨੈਲ ਸਿੰਘ ਕੀ ਚੀਜ਼ ਹੈ, 2 ਬੰਦੂਖੜੀਆਂ ਰੱਖ ਕੇ ਸਾਨੂੰ ਉਹ ਫੌਜ ਨਾਲ ਕੀ ਸਾਡਾ ਮੁਕਾਬਲਾ ਕਰ ਸਕਦਾ, ਲੇਕਿਨ ਸਾਨੂੰ 2 ਘੰਟਿਆਂ ਦੇ ਵਿੱਚ ਅਸੀਂ ਇਹ ਜਾ ਕੇ ਸਾਰੀ ਕਾਰਵਾਈ ਕਰ ਦੇਣੀ ਹੈ। ਅਤੇ ਇਹਨਾਂ ਨੇ ਤੋਪਾਂ ਦੇ ਗੋਲੇ, ਟੈਂਕਾਂ ਦੇ ਗੋਲੇ ਜਿਹੜੇ ਲਗਾਤਾਰ ਮੀਂਹ ਵਾਂਗ ਗੋਲੀ ਭਰਾਈ ਗਈ, ਇਸ ਕਰਕੇ ਇਹ ਭੈ ਦੇਣ ਵਾਸਤੇ, ਡਰ ਦੇਣ ਵਾਸਤੇ ਕਿ ਇਹ ਫੌਜ ਜਿਹੜੀ ਹੈ ਤੁਹਾਨੂੰ ਹੁਣ ਕੁਝ ਸਮੇਂ 'ਚ ਹੀ ਗ੍ਰਿਫਤਾਰ ਕਰ ਲਵੇਗੀ। ਪਰ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਵਿੱਤਰ ਉਪਦੇਸ਼ ਹੈ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਸਤਿਗੁਰੂ ਜੀ ਦਾ ਫਲਸਫਾ ਹੈ, ਨਾ ਕਿਸੇ ਨੂੰ ਭੈ ਦੇਣਾ ਤੇ ਨਾ ਭੈ ਡਰ ਕਿਸੇ ਦਾ ਮੰਨਣਾ। ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਤਾਂ ਕੀ, ਜਿਹੜੇ ਨਾਲ ਦੇ ਸਿੰਘ ਸੀ ਉਹਨਾਂ ਨੇ ਵੀ ਕੋਈ ਭੈ ਨਾ ਮੰਨਿਆ ਤੇ ਚੜ੍ਹਦੀ ਕਲਾ ਦੇ ਵਿੱਚ ਉਹ ਮਿਲਟਰੀ ਨੂੰ ਹਰ ਗੱਲ ਦਾ ਜਵਾਬ ਦੇ ਰਹੇ ਸੀਗੇ। ਇਉਂ 4 ਤਰੀਕ ਨੂੰ ਸਾਰਾ ਦਿਨ ਗੋਲਾ ਤੇ ਗੋਲੀ ਚੱਲਦੀ ਰਹੀ। ਇਹ ਸਨ ਭਾਈ ਮੁਖਤਿਆਰ ਸਿੰਘ ਜੀ, ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ, ਜਿਨ੍ਹਾਂ ਨਾਲ ਗੱਲਬਾਤ ਕੀਤੀ
ਗੱਲਬਾਤ ਥੋੜੀ ਜੀ ਲੰਬੀ ਸੀ, ਇਸ ਕਰਕੇ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਕਵਰ ਨਹੀਂ ਹੋ ਸਕਦੀ ਸੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਉਹਨਾਂ ਦੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ, ਉਹਨਾਂ ਤੋਂ ਸਵਾਲਾਂ ਦੇ ਜਵਾਬ ਲਵਾਂਗੇ, ਕਿਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਹੋਈ ਤੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਕਿਉਂ ਲੁਕੋਇਆ ਗਿਆ ਵੀ ਉਹਨਾਂ ਦੀ ਸ਼ਹਾਦਤ ਹੋ ਚੁੱਕੀ ਆ। ਉਸ ਤੋਂ ਬਾਅਦ ਕਾਫੀ ਗੱਲਾਂ ਵੀ ਸਾਹਮਣੇ ਆਈਆਂ ਨੇ ਵੀ ਉਹ ਪਾਕਿਸਤਾਨ ਚਲੇ ਗਏ। ਉਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਕਿਸ ਤਰ੍ਹਾਂ ਪਹੁੰਚੇ, ਸੰਤਾਂ ਦਾ ਕਿਹੜੇ ਲੀਡਰਾਂ ਦੇ ਨਾਲ ਮੇਲ ਜੋਲ ਸੀ, ਹੋਰ ਵੀ ਕਈ ਸਵਾਲਾਂ ਦੇ ਇਹਨਾਂ ਤੋਂ ਜਵਾਬ ਲਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।